ਭਗਤ ਕਬੀਰ ਜੀ ਜੋ ਬਨਾਰਸ ਦੀ ਧਰਤੀ ਨੂੰ ਕਾਂਸੀ ਨੂੰ ਛੱਡ ਕੇ ਜਾ ਕੇ ਮਗਹਰ ਵਿਖੇ ਉਹਨਾਂ ਨੇ ਜਾ ਕੇ ਡੇਰਾ ਲਾਇਆ, ਉੱਥੇ ਜਾ ਕੇ ਰਹਿਣ ਲੱਗ ਪਏ। ਕਿਉਂਕਿ ਇੱਕ ਵਹਿਮ ਸੀ ਵੀ ਜਿਹੜਾ ਇਸ ਥਾਂ ਤੇ ਇਹ ਸਰਾਪੀ ਹੋਈ ਧਰਤੀ ਤੇ ਰਹੇਗਾ ਉਹ ਨਰਕਾਂ ਦਾ ਭਾਗੀ ਤੇ ਖੋਤੇ ਦੀ ਜੂਨ ਵਿੱਚ ਪਵੇਗਾ। ਪਰ ਭਗਤ ਜੀ ਨੇ ਉਸੇ ਥਾਂ ਨੂੰ ਚੁਣਿਆ ਜਿਸ ਥਾਂ ਤੇ ਜਾਣ ਤੋਂ ਲੋਕੀ ਡਰਦੇ ਸਨ। ਲੋਕਾਂ ਦੇ ਮਨ ਅੰਦਰ ਡਰ ਸੀ, ਭੈ ਸੀ, ਕਿਉਂਕਿ ਉਹਨਾਂ ਨੇ ਸਮਝਾਉਣਾ ਸੀ ਵੀ ਥਾਂ ਭਾਵੇਂ ਕੋਈ ਵੀ ਹੋਵੇ, ਜੇ ਕਰਮ ਚੰਗੇ ਨਹੀਂ ਕੀਤੇ ਫਿਰ ਭਾਵੇਂ ਕਾਂਸੀ ਕਿਉਂ ਨਾ ਹੋਵੇ ਤੇ ਫਿਰ ਜਮਾਂ ਦੀ ਮਾਰ ਤੋਂ ਕੋਈ ਬਚਾਉਣ ਵਾਲਾ ਨਹੀਂ। ਜੇ ਕਰਮ ਚੰਗੇ ਕੀਤੇ ਨੇ ਫਿਰ ਥਾਂ ਭਾਵੇਂ ਮਗਹਰ ਕਿਉਂ ਨਾ ਹੋਵੇ, ਉਹ ਥਾਂ ਮਾਇਨੇ ਨਹੀਂ ਰੱਖਦੀ। ਹੁਣ ਇਹ ਸ਼ਬਦ ਵਿੱਚ ਸਾਨੂੰ ਸਮਝਾਉਣਾ ਕਰ ਰਹੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ, ਹੇ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰਾ ਹੀ ਆਸਰਾ ਹੈ, ਮੈਨੂੰ ਤੇਰਾ ਹੀ ਸਹਾਰਾ ਹੈ, ਸਭ ਤੋਂ ਵੱਡਾ ਮੈਨੂੰ ਤੇਰਾ ਹੀ ਸਹਾਰਾ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ। ਮੇਰ ਪਰਬਤ ਵੀ ਪਰਬਤਾਂ ਨਾਲੋਂ ਸਭ ਤੋਂ ਉੱਚਾ, ਸਭ ਤੋਂ ਉੱਚੀ ਚੋਟੀ। ਵੇ ਵਾਹਿਗੁਰੂ ਤੂੰ ਮੇਰੇ ਲਈ ਸਭ ਤੋਂ ਉੱਚਾ ਹੈ, ਸਭ ਤੋਂ ਤਾਕਤਵਰ, ਤੂੰ ਹੀ ਮੇਰਾ ਸਹਾਰਾ ਹੈ। ਓਟ ਗਈ ਮੈਂ ਤੇਰੀ ਤੇ ਮੈਨੂੰ ਤੇਰਾ ਹੀ ਆਸਰਾ ਹੈ, ਮੈਨੂੰ ਤੇਰੀ ਓਟ ਹੈ। ਤੂੰ ਸਭ ਨਾਲੋਂ ਵੱਡਾ ਹੈ, ਸਭ ਨਾਲੋਂ ਉੱਚਾ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੇ ਵਾਹਿਗੁਰੂ ਹੇ ਪ੍ਰਮਾਤਮਾ, ਤੂੰ ਵੀ ਅਡੋਲ ਹੈ, ਕਦੇ ਡੋਲਦਾ ਨਹੀਂ, ਸਦਾ ਥਿਰ ਰਹਿਣ ਵਾਲਾ ਹੈ ਤੇ ਮੈਨੂੰ ਤੇਰਾ ਸਹਾਰਾ ਹੈ। ਮੈਂ ਤੇਰਾ ਪੱਲਾ ਫੜਿਆ ਹੈ। ਤੇਰਾ ਪੱਲਾ ਫੜ ਕੇ ਆਖਦੇ ਨੇ ਮੈਂ ਵੀ ਨਹੀਂ ਡੋਲਦਾ। ਜਦੋਂ ਤੂੰ ਨਹੀਂ ਡੋਲਦਾ, ਤੂੰ ਸਦਾ ਅਟਲ ਹੈ, ਸਦਾ ਰਹਿਣ ਵਾਲਾ ਹੈ, ਸਭ ਨਾਲੋਂ ਉੱਚਾ ਹੈ, ਤਾਕਤਵਰ ਹੈ। ਮੈਂ ਤੇਰਾ ਪੱਲਾ ਫੜ ਲਿਆ। ਨਾ ਤੁਮ ਡੋਲੋ ਨਾ ਹਮ ਗਿਰਤੇ ਤੇ ਨਾ ਹੋਈ ਆਖਦੇ ਨੇ ਮੈਂ ਡੋਲਾਂਗਾ। ਰੱਖ ਲੀਨੀ ਹਰ ਮੇਰੀ, ਪਰਮਾਤਮਾ ਨੇ ਮੇਰੀ ਇੱਜ਼ਤ ਰੱਖ ਲਈ ਹੈ, ਕਿਉਂਕਿ ਮੈਨੂੰ ਪਰਿਪੂਰਨ ਪਰਮਾਤਮਾ ਦਾ ਹੀ ਸਹਾਰਾ ਹੈ। ਉਹਦੀ ਮੈਨੂੰ ਓਟ ਹੈ, ਉਹਦਾ ਮੈਂ ਪੱਲਾ ਫੜਿਆ। ਅਬ ਤਬ ਜਬ ਕਬ ਤੂੰ ਹੀ ਹਮ ਤੋਂ ਪ੍ਰਸਾਦ ਸੁਖੀ ਸਦ ਹੀ। ਹੇ ਵਾਹਿਗੁਰੂ ਅਬ ਤਬ ਜਬ ਕਬ ਤੂੰ ਹੀ ਹਰ ਵਕਤ ਹਰ ਥਾਂ। ਹੇ ਵਾਹਿਗੁਰੂ ਮੈਨੂੰ ਤੇਰਾ ਹੀ ਸਹਾਰਾ ਹੈ ਤੇ ਤੇਰੀ ਕਿਰਪਾ ਦੇ ਨਾਲ ਮੈਂ ਸੁਖੀ ਵਸ ਰਿਹਾ ਹਾਂ। ਹਮ ਤੋਂ ਪ੍ਰਸਾਦ ਸੁਖੀ ਸਦ ਹੀ, ਸਦਾ ਹੀ ਮੈਂ ਸੁਖਮਈ ਜੀਵਨ ਬਤੀਤ ਕਰ ਰਿਹਾ ਤੇਰੀ ਕਿਰਪਾ ਦੇ ਨਾਲ। ਹਰ ਵਕਤ ਹਰ ਥਾਂ ਹਰ ਵੇਲੇ ਹੇ ਵਾਹਿਗੁਰੂ ਤੂੰ ਹੀ ਹੈ ਤੇ ਮੈਨੂੰ ਤੇਰਾ ਹੀ ਸਹਾਰਾ ਹੈ, ਤੇਰੀ ਮੌਜੂਦਗੀ ਹੈ। ਹਰ ਵਕਤ ਤੂੰ ਮੇਰੇ ਅੰਗ ਸੰਗ ਹੈ, ਤੇਰਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਹੈ, ਤੂੰ ਮੇਰਾ ਰਖਵਾਲਾ ਹੈ ਤੇ ਤੇਰੀ ਕਿਰਪਾ ਦੇ ਨਾਲ ਮੈਂ ਸੁਖਮਈ ਜੀਵਨ ਬਤੀਤ ਕਰ ਰਿਹਾ, ਮੈਂ ਸੁਖੀ ਵਸ ਰਿਹਾ, ਸਦਾ ਹੀ ਸੁਖ ਬਣਿਆ ਹੋਇਆ ਜ਼ਿੰਦਗੀ ਵਿੱਚ। ਰਹਾਉ ਹੁਣ ਇੱਥੇ ਮਗਹਰ ਦੀ ਗੱਲ ਕਰ ਦਿੱਤੀ ਹੈ। ਤੋਰੇ ਭਰੋਸੇ ਮਗਹਰ ਬਸਿਓ, ਮੇਰੇ ਮਨ ਕੀ ਤਪਤ ਬੁਝਾਈ। ਜਿਸ ਮਗਹਰ ਦੀ ਧਰਤੀ ਤੋਂ ਲੋਕ ਡਰਦੇ ਨੇ, ਭਗਤ ਕਬੀਰ ਜੀ ਆਖਦੇ ਨੇ ਲੋਕ ਇੱਥੇ ਆਉਣਾ ਨਹੀਂ ਚਾਹੁੰਦੇ ਸਨ ਵੀ ਇਹ ਥਾਂ ਸਰਾਪੀ ਹੋਈ ਹੈ, ਇਹਨੂੰ ਸ਼ਰਾਪ ਮਿਲਿਆ ਹੋਇਆ ਹੈ ਵੀ ਇਸ ਥਾਂ ਤੇ ਜੇ ਕੋਈ ਮਰ ਜਾਂਦਾ ਹੈ ਤੇ ਉਹ ਨਰਕਾਂ ਵਿੱਚ ਪੈਂਦਾ ਤੇ ਖੋਤੇ ਦੀ ਜੂਨੀ ਵਿੱਚ ਉਹ ਪੈਂਦਾ ਹੈ। ਵੀ ਮੈਂ ਤੇਰੇ ਭਰੋਸੇ ਤੇਰੇ ਸਹਾਰੇ ਹੈ ਵਾਹਿਗੁਰੂ, ਮੈਂ ਕਾਂਸੀ ਨੂੰ ਛੱਡ ਕੇ ਬਨਾਰਸ ਨੂੰ ਛੱਡ ਕੇ ਮਗਹਰ ਵਿਖੇ ਆ ਕੇ ਡੇਰਾ ਲਾ ਲਿਆ। ਤੋਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਹੇ ਵਾਹਿਗੁਰੂ ਤੁਸੀਂ ਕਿਰਪਾ ਕੀਤੀ, ਇਸ ਮਗਹਰ ਦੀ ਧਰਤੀ ਵਿਖੇ ਹੀ ਤੁਸੀਂ ਮੇਰੇ ਤਨ ਦੀ ਜੋ ਵਿਕਾਰਾਂ ਦੀ ਤਪਸ ਸੀ, ਵਿਕਾਰਾਂ ਦੀ ਤਪਸ ਨੂੰ ਬੁਝਾ ਦਿੱਤਾ ਹੈ। ਹੁਣ ਤਨ ਮਨ ਸ਼ੀਤਲ ਠੰਡਾ ਠਾਰ ਹੋ ਗਿਆ, ਤੁਹਾਡੇ ਨਾਲ ਮੇਰੀ ਅਭੇਦਤਾ ਹੋ ਗਈ ਹੈ ਵੀ ਜਿਸ ਥਾਂ ਤੇ ਲੋਕ ਡਰ ਰਹੇ ਸਨ, ਮੈਨੂੰ ਇਸ ਥਾਂ ਤੇ ਵੀ ਆਨੰਦ ਦੀ ਪ੍ਰਾਪਤੀ ਹੈ। ਮੈਂ ਇੱਥੇ ਵੀ ਸੁਖੀ ਵਸ ਰਿਹਾ, ਮੈਨੂੰ ਤੁਹਾਡਾ ਸਹਾਰਾ ਹੈ, ਮੈਨੂੰ ਤੇਰੇ ਤੇ ਭਰੋਸਾ ਹੈ। ਥਾਂ ਭਾਵੇਂ ਕੋਈ ਵੀ ਹੋਵੇ, ਥਾਂ ਮਾਇਨੇ ਨਹੀਂ ਰੱਖਦੀ, ਕਿਉਂਕਿ ਮੈਂ ਹਰ ਵਕਤ ਤੇਰਾ ਨਾਮ ਜਪ ਰਿਹਾ। ਹੈ ਪ੍ਰਮਾਤਮਾ
ਹੁਣ ਅੱਗੇ ਫਿਰ ਇਹ ਵੀ ਸਮਝਾਇਆ, ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸੀ ਬਸੇ ਆਏ। ਜਿਸ ਥਾਂ ਤੋਂ ਲੋਕ ਘਬਰਾਉਂਦੇ ਸਨ, ਐ ਪ੍ਰਮਾਤਮਾ ਮੈਨੂੰ ਤੇਰਾ ਪਹਿਲਾ ਦਰਸ਼ਨ ਜਿਹੜਾ ਉਹ ਮਗਹਰ ਵਿਖੇ ਹੋਇਆ। ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸੀ ਬਸੇ ਆਈ। ਜਿਸ ਥਾਂ ਤੋਂ ਲੋਕ ਡਰਦੇ ਸਨ, ਉਸ ਥਾਂ ਤੇ ਜਾ ਕੇ ਮੈਂ ਤੈਨੂੰ ਆਰਾਧਿਆ, ਤੇਰੀ ਬੰਦਗੀ ਇਬਾਦਤ ਕੀਤੀ। ਉਸ ਥਾਂ ਤੇ ਟਿਕਾਣਾ ਕੀਤਾ ਜਿੱਥੇ ਕੋਈ ਜਾਣਾ ਨਹੀਂ ਚਾਹੁੰਦਾ ਸੀ, ਤੇ ਮੈਨੂੰ ਉਸ ਮਗਹਰ ਦੀ ਧਰਤੀ ਤੇ ਹੀ ਵਾਹਿਗੁਰੂ ਮੈਨੂੰ ਤੇਰਾ ਦਰਸ਼ਨ ਹੋ ਗਿਆ। ਪਹਿਲਾਂ ਮੈਨੂੰ ਉੱਥੇ ਦਰਸ਼ਨ ਹੋਏ, ਪਹਿਲਾ ਮਿਲਾਪ ਵਾਹਿਗੁਰੂ ਮੇਰਾ ਮਗਹਰ ਦੀ ਧਰਤੀ ਤੇ ਤੇਰੇ ਨਾਲ ਹੋਇਆ। ਉਹਦੇ ਤੋਂ ਬਾਅਦ ਆਖਦੇ ਨੇ ਫੁਨ ਕਾਂਸੀ ਬਸੇ ਆਈ। ਉਹਦੇ ਤੋਂ ਬਾਅਦ ਫਿਰ ਆਖਦੇ ਨੇ ਮੈਂ ਕਾਂਸੀ ਵਿਖੇ ਆ ਗਿਆ। ਜੈਸਾ ਮਗਹਰ ਤੈਸੀ ਕਾਂਸੀ ਹਮ ਏਕੈ ਕਰ ਜਾਨੀ। ਮੈਨੂੰ ਤੇਰਾ ਸਹਾਰਾ ਸੀ, ਤੇ ਮੇਰੇ ਲਈ ਤਾਂ ਮਗਹਰ ਵੀ ਤੇ ਕਾਂਸੀ ਦੋਨੋਂ ਹੀ ਆਖਦੇ ਨੇ ਇੱਕ ਬਰਾਬਰ ਨੇ। ਜੈਸਾ ਮਗਹਰ, ਜੈਸੀ ਮਗਹਰ ਦੀ ਧਰਤੀ ਹੈ ਜਿਹਨੂੰ ਲੋਕ ਸ਼ਰਾਬੀ ਆਖਦੇ ਨੇ, ਮਾੜੀ ਆਖਦੇ ਨੇ, ਤੈਸੀ ਕਾਂਸੀ, ਤੇ ਜਿਸ ਨੂੰ ਪਵਿੱਤਰ ਆਖਦੇ ਨੇ ਕਾਂਸੀ ਵੀ ਮੇਰੇ ਲਈ ਬਰਾਬਰ ਹੀ ਹੈ। ਵੀ ਦੋਨਾਂ ਵਿੱਚ ਹਮ ਏਕੈ ਕਰ ਜਾਨੀ, ਮੈਂ ਤਾਂ ਇੱਕੋ ਹੀ ਸਮਝਿਆ ਦੋਨਾਂ ਨੂੰ, ਮੇਰੇ ਲਈ ਕੋਈ ਫਰਕ ਨਹੀਂ ਦੋਨਾਂ ਵਿੱਚ, ਦੋਨੋਂ ਹੀ ਮੇਰੇ ਲਈ ਬਰਾਬਰ ਨੇ। ਹਮ ਨਿਰਤਨ ਜਿਉ ਇਹੋ ਧਨ ਪਾਇਆ, ਮਰਤੇ ਫੂਟ ਗੁਮਾਨੀ। ਕਿਉਂਕਿ ਮੇਰੇ ਕੋਲ ਤੇਰਾ ਨਾਮ ਰੂਪੀ ਧਨ ਹੈ, ਮੈਂ ਨਾਮ ਜਪਿਆ, ਤੇਰੀ ਇਬਾਦਤ ਕੀਤੀ ਹੈ, ਤੇ ਮੇਰੀ ਹਾਲਤ ਤਾਂ ਉਸ ਕੰਗਾਲ ਵਰਗੀ ਹੈ, ਉਸ ਮੰਗਤੇ ਵਰਗੀ ਹੈ ਜਿਵੇਂ ਉਹਨੂੰ ਕੋਈ ਅਚਾਨਕ ਧਨ ਮਿਲ ਜੇ ਨਾ। ਹਮ ਨਿਰਧਨ ਜਿਉਂ ਇਹੋ ਧਨ ਪਾਇਆ, ਜਿਵੇਂ ਇੱਕ ਕੰਗਾਲ ਮੰਗਤੇ ਨੂੰ ਜਦੋਂ ਧਨ ਦੀ ਪ੍ਰਾਪਤੀ ਹੁੰਦੀ ਹੈ, ਜੋ ਉਹਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ, ਉਹਦੇ ਮਨ ਅੰਦਰ, ਇਸ ਤਰ੍ਹਾਂ ਹੀ ਆਖਦੇ ਨੇ ਮੈਂ ਵੀ ਕੰਗਾਲ ਸਾਂ, ਤੇਰਾ ਨਾਮ ਜਪ ਕੇ ਮੈਨੂੰ ਨਾਮ ਰੂਪੀ ਧਨ ਦੀ ਪ੍ਰਾਪਤੀ ਹੋਈ ਹੈ। ਹੁਣ ਨਾਮ ਰੂਪੀ ਧਨ ਪ੍ਰਾਪਤ ਕਰਕੇ ਆਖਦੇ ਨੇ ਮੈਂ ਅਮੀਰ ਹੋ ਗਿਆ। ਮਰਤੇ ਫੂਟ ਗੁਮਾਨੀ, ਪਰ ਉਹ ਲੋਕ ਜਿਹੜੇ ਆਪਣੇ ਮਨ ਅੰਦਰ ਇਹ ਗੁਮਾਨ ਕਰਕੇ ਬੈਠੇ ਨੇ, ਨਾਮ ਨਹੀਂ ਜਪਦੇ ਵੀ ਅਸੀਂ ਬਨਾਰਸ ਵਿਖੇ ਵਸ ਰਹੇ ਹਾਂ, ਇਸ ਤੀਰਥ ਪਵਿੱਤਰ ਥਾਂ ਤੇ ਵਸ ਰਹੇ ਹਾਂ, ਵੀ ਅਸੀਂ ਸਵਰਗਾਂ ਵਿੱਚ ਜਾਵਾਂਗੇ, ਨਾਮ ਨਹੀਂ ਜਪ ਰਹੇ, ਉਹ ਆਖਦੇ ਨੇ ਮਰਤੇ ਫੂਟ ਗੁਮਾਨੀ। ਇਸੇ ਅਹੰਕਾਰ ਵਿੱਚ ਉਹਨਾਂ ਮਰ ਜਾਣਾ, ਕਿਉਂਕਿ ਉਹਨਾਂ ਅੰਦਰ ਅਹੰਕਾਰ ਹੈ, ਨਾਮ ਜਪਿਆ ਕੋਈ ਨਹੀਂ, ਕੇਵਲ ਮਨ ਅੰਦਰ ਇਹ ਉਹਨਾਂ ਨੇ ਆਪਣਾ ਵਹਿਮ ਪਾਲਿਆ ਵੀ ਅਸੀਂ ਕਾਂਸੀ ਵਿਖੇ ਵਸ ਰਹੇ ਹਾਂ, ਇਹ ਪਵਿੱਤਰ ਸਥਾਨ ਤੇ ਵਸ ਰਹੇ ਹਾਂ ਤੇ ਸਾਨੂੰ ਸਵਰਗ ਮਿਲੇਗਾ। ਪਰ ਭਗਤ ਕਬੀਰ ਜੀ ਆਖਦੇ ਨੇ ਇਸ ਤਰ੍ਹਾਂ ਨਹੀਂ, ਉੱਥੇ ਤਾਂ ਕਰਮਾਂ ਦਾ ਨਿਬੇੜਾ ਹੈ। ਜੇ ਨਕਰ ਨਾਮ ਜਪਿਆ ਹੋਵੇਗਾ, ਜਿਹਦੇ ਕੋਲ ਨਾਮ ਰੂਪੀ ਧਨ ਹੈ, ਉਹਦਾ ਤਾਂ ਪਾਰ ਉਤਾਰਾ। ਅੱਗੇ ਸਾਨੂੰ ਸਮਝਾਉਣਾ ਕਰ ਰਹੇ ਨੇ ਉਹਨਾਂ ਦੀ ਹਾਲਤ ਕੈਸੀ ਹੈ। ਕਰੇ ਗੁਮਾਨ ਚੁਭੈ ਤੇ ਸੂਲਾ, ਉਹ ਕਾਢਣ ਕੋ ਨਾਹੀ। ਵੀ ਆਪਣੇ ਇਸ ਅਹੰਕਾਰ ਕਰਕੇ, ਇਹ ਜਿਹੜੀ ਅਹੰਕਾਰ ਦੀਆਂ ਸੂਲਾਂ ਆਖਦੇ ਨੇ, ਉਹਨਾਂ ਨੂੰ ਚੁਭੀਆਂ ਹੋਈਆਂ ਨੇ ਸੂਲਾਂ, ਤੇ ਦਰਦ ਵੀ ਬਹੁਤ ਜ਼ਿਆਦਾ ਹੈ। ਪਰ ਇਹਨਾਂ ਸੂਲਾਂ ਨੂੰ ਕੋਈ ਕੱਢਣ ਵਾਲਾ ਨਹੀਂ, ਕੋਈ ਕੱਢ ਨਹੀਂ ਸਕਦਾ, ਕਿਉਂਕਿ ਜੋ ਅਹੰਕਾਰੀ ਮਨੁੱਖਾਂ ਨੂੰ ਜਿੰਨਾ ਮਰਜ਼ੀ ਸਮਝਾਈਏ, ਉਹ ਆਪਣਾ ਅਹੰਕਾਰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹਨੂੰ ਆਪਣਾ ਅਹੰਕਾਰ ਪਿਆਰਾ, ਸਭ ਕੁਝ ਭਾਵੇਂ ਉਹਦਾ ਖਤਮ ਹੋ ਜਾਏ, ਪਰ ਆਪਣਾ ਅਹੰਕਾਰ ਨਹੀਂ ਛੱਡਦਾ। ਕਰੇ ਗੁਮਾਨ ਚੁਭੈ ਤੇ ਸੂਲਾ, ਵੀ ਆਪਣੇ ਇਸੇ ਅਹੰਕਾਰ ਕਰਕੇ, ਅਹੰਕਾਰ ਰੂਪੀ ਸੂਲਾਂ ਉਹਨਾਂ ਨੂੰ ਚੁੱਭ ਰਹੀਆਂ ਨੇ। ਉਹ ਭਾਵੇਂ ਤਕਲੀਫ ਵਿੱਚ ਨੇ, ਪਰ ਆਪਣਾ ਅਹੰਕਾਰ ਨਹੀਂ ਛੱਡਣਾ ਚਾਹੁੰਦੇ। ਕੋ ਕੱਢਣ ਕੋ ਨਾ ਹੀ, ਕੋਈ ਇਹਨਾਂ ਦੀ ਸੂਲਾਂ ਕੱਢਣ ਵਾਲਾ ਨਹੀਂ। ਅਜੈ ਸੋ ਚੋਬ ਕੋ ਬਿਲਲ ਬਿਲ ਲਾਤੇ, ਨਰਕੇ ਘੋਰ ਪਚਾਈ। ਇਸ ਦਰਦ ਕਰਕੇ ਜਿਹੜੀਆਂ ਸੂਲਾਂ ਚੁੱਭ ਰਹੀਆਂ ਨੇ, ਉਹ ਆਖਦੇ ਬਿਲਕ ਰਹੇ ਨੇ, ਵੀ ਆਪਣੇ ਅਹੰਕਾਰ ਕਰਕੇ, ਆਪਣੇ ਅਹੰਕਾਰ ਦੇ ਮਾਰੇ ਦੁਖੀ ਜੀਵਨ ਬਤੀਤ ਕਰ ਰਹੇ ਨੇ। ਕਿਉਂਕਿ ਅਹੰਕਾਰੀ ਮਨੁੱਖ ਦੀ ਕਿਸੇ ਨਾਲ ਬਣ ਨਹੀਂ ਆਉਂਦੀ, ਤੇ ਨਾ ਹੀ ਉਹਨੂੰ ਕੋਈ ਚੰਗਾ ਸਮਝਦਾ। ਵੀ ਉਹ ਬਿਲ ਲਾਤੇ ਬਿਲਕ ਰਹੇ ਨੇ, ਨਰਕੇ ਘੋਰ ਪਚਾਈ। ਉਹਨਾਂ ਦੀ ਤਾਂ ਹਾਲਾਤ ਐਸੇ ਬਣੇ ਹੋਏ ਨੇ ਵੀ ਉਹ ਜਿਉਂਦੇ ਜੀ, ਉਹ ਤਾਂ ਮਗਹਰ ਵਿਖੇ, ਇਹ ਮਨ ਅੰਦਰ ਉਹਨਾਂ ਦੇ ਧਾਰਨਾ ਸੀ ਵੀ ਮਗਹਰ ਵਿਖੇ ਮਰਨ ਤੋਂ ਬਾਅਦ ਨਰਕ ਮਿਲਦਾ ਹੈ,
ਪਰ ਭਗਤ ਕਬੀਰ ਜੀ ਆਖਦੇ ਨੇ ਆਪਣੇ ਅਹੰਕਾਰ ਕਰਕੇ, ਨਾਮ ਨਾ ਜਪਣ ਕਰਕੇ ਉਹ ਜਿਉਂਦੇ ਜੀ ਨਰਕ ਭੋਗ ਰਹੇ ਨੇ। ਨਰਕੇ ਘੋਰ ਪਚਾਹੀ ਮਹਾ ਘੋਰ ਨਰਕ ਉਹ ਜਿਉਂਦੇ ਜੀ ਭੋਗ ਰਹੇ ਨੇ। ਕੌਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਹੈ ਵਾਹਿਗੁਰੂ, ਤੇਰੇ ਭਗਤਾਂ ਨੇ, ਸੰਤ ਜਨਾਂ ਨੇ ਨਰਕ ਅਤੇ ਸਵਰਗ ਦੋਨਾਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਦੇ ਲਈ ਕੇਵਲ ਤਾਂ ਕੇਵਲ ਉਹਨਾਂ ਦੇ ਜੀਵਨ ਦਾ ਇੱਕੋ ਮਨੋਰਥ ਹੈ ਵੀ ਪ੍ਰਮਾਤਮਾ ਦੀ ਬੰਦਗੀ ਕਰਨੀ, ਇਬਾਦਤ ਕਰਨੀ। ਉਹਨਾਂ ਦੇ ਮਨ ਅੰਦਰ ਕਦੇ ਵੀ ਇਹ ਖਿਆਲ ਨਹੀਂ ਹੁੰਦਾ ਵੀ ਮੈਨੂੰ ਸੁਰਗ ਚਾਹੀਦਾ ਹੈ, ਵੀ ਜਾਂ ਮੈਂ ਨਰਕਾਂ ਵਿੱਚ ਨਹੀਂ ਜਾਣਾ। ਉਹਨਾਂ ਨੇ ਦੋਨਾਂ ਨੂੰ ਰੱਦ ਕਰ ਦਿੱਤਾ ਹੈ, ਕੀ ਨਰਕ ਤੇ ਕੀ ਸਵਰਗ। ਕੌਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਦੋਨਾਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਇਹ ਫੈਸਲਾ ਪ੍ਰਮਾਤਮਾ ਤੇ ਛੱਡ ਦਿੱਤਾ ਹੈ। ਪ੍ਰਮਾਤਮਾ ਦੀ ਰਜ਼ਾ ਵਿੱਚ ਭਗਤ ਨੂੰ ਰਹਿਣਾ ਆ ਜਾਂਦਾ ਹੈ। ਭਗਤ ਦਾ ਇੱਕੋ ਹੀ ਮਨੋਰਥ ਹੈ ਵੀ ਪ੍ਰਮਾਤਮਾ ਦੀ ਬੰਦਗੀ ਕਰਨੀ, ਇਬਾਦਤ ਕਰਨੀ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ। ਵੀ ਤੇਰੇ ਭਗਤ, ਤੇਰੇ ਸੰਤ ਜਨ ਦਿਨ ਰਾਤ ਤੇਰੀ ਇਬਾਦਤ ਕਰ ਰਹੇ ਨੇ, ਬੰਦਗੀ ਕਰ ਰਹੇ ਨੇ। ਉਹਨਾਂ ਨੇ ਨਰਕ ਅਤੇ ਸਵਰਗ ਦੋਨਾਂ ਨੂੰ ਰੱਦ ਕਰ ਦਿੱਤਾ ਹੈ। ਅੱਗੇ ਕਿਰਪਾ ਕਰ ਰਹੇ ਨੇ, ਹਮ ਕਾਹੂ ਕੀ ਕਾਣ ਨਾ ਕੱਢਤੇ। ਕਾਣ ਤੋਂ ਭਾਵੇਂ ਮੁਹਤਾਜੀ। ਆਪਣੇ ਗੁਰ ਪ੍ਰਸਾਦੇ, ਆਪਣੇ ਗੁਰੂ ਦੀ ਕਿਰਪਾ ਸਦਕਾ ਆਖਦੇ ਨੇ ਮੈਨੂੰ ਕਿਸੇ ਦੀ ਮੁਹਤਾਜੀ ਨਹੀਂ ਰਹੀ। ਹੁਣ ਭਗਤ ਕਬੀਰ ਜੀ ਆਖਦੇ ਨੇ ਮੈਂ ਕਿਸੇ ਦਾ ਮੁਹਤਾਜ ਨਹੀਂ ਰਿਹਾ ਵੀ ਮੈਨੂੰ ਸੁਰਗ ਚਾਹੀਦਾ ਜਾਂ ਮੈਂ ਨਰਕ ਵਿੱਚ ਨਹੀਂ ਜਾਣਾ। ਮੈਂ ਇਹਨਾਂ ਨਰਕ ਅਤੇ ਸਵਰਗ ਦੋਨਾਂ ਦਾ ਮੁਹਤਾਜ ਨਹੀਂ ਰਿਹਾ। ਆਪਣੇ ਗੁਰੂ ਦੀ ਕਿਰਪਾ ਸਦਕਾ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਵੀ ਨਾਮ ਜਪ ਕੇ ਮੈਨੂੰ ਸਿੰਘਾਸਨ ਤੋਂ ਭਾਵ ਹੈ ਉਹ ਆਤਮਿਕ ਅਵਸਥਾ, ਉਹ ਮੈਨੂੰ ਉੱਚਾ ਮਰਤਬਾ ਪ੍ਰਾਪਤ ਹੋ ਗਿਆ ਹੈ ਜਿੱਥੇ ਜਾ ਕੇ ਮੈਨੂੰ ਪ੍ਰਮਾਤਮਾ ਮਿਲ ਪਿਆ ਹੈ। ਵੀ ਮੈਂ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿੱਥੇ ਜਾ ਕੇ ਮੇਰੀ ਪ੍ਰਮਾਤਮਾ ਵਿੱਚ ਅਭੇਦਤਾ ਹੋ ਗਈ ਹੈ, ਪ੍ਰਮਾਤਮਾ ਦਾ ਮੈਨੂੰ ਮਿਲਾਪ ਪ੍ਰਾਪਤ ਹੋ ਗਿਆ ਹੈ। ਨਾਮ ਜਪ ਕੇ ਮੈਂ ਉਸ ਉੱਚੀ ਅਵਸਥਾ ਨੂੰ, ਉਸ ਉੱਚੇ ਮਰਤਬੇ ਨੂੰ ਪ੍ਰਾਪਤ ਕਰ ਲਿਆ। ਹੁਣ ਤਾਂ ਆਖਦੇ ਨੇ ਜੀਵਨ ਐਸਾ ਬਣ ਗਿਆ ਹੈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਮੈਂ ਅਤੇ ਮੇਰਾ ਰਾਮ, ਅਸੀਂ ਦੋਨੋਂ ਆਖਦੇ ਨੇ ਇੱਕ ਹੋ ਗਏ ਹਾਂ। ਕੋਈ ਨਾ ਸਕਿਆ ਪਛਾਣੀ, ਕੋਈ ਸਾਨੂੰ ਪਛਾਣ ਨਹੀਂ ਸਕਦਾ ਵੀ ਰਾਮ ਕੌਣ ਹੈ ਤੇ ਕਬੀਰ ਕੌਣ ਹੈ। ਵੀ ਸਾਡੀ ਐਸੀ ਅਭੇਦਤਾ ਹੋ ਗਈ ਹੈ, ਅਸੀਂ ਇੱਕ ਹੋ ਗਏ ਹਾਂ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਕੇ ਗਏ ਨੇ, ਨਾਨਕ ਲੀਨ ਭਿਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਣੀ। ਭਗਤ ਇਸ ਤਰ੍ਹਾਂ ਪ੍ਰਮਾਤਮਾ 'ਚ ਅਭੇਦ ਹੁੰਦਾ ਹੈ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਪਤਾ ਨਹੀਂ ਲੱਗਦਾ। ਪਾਣੀ ਵਿੱਚ ਹੋਰ ਪਾਣੀ ਮਿਲਾ ਦਈਏ, ਇਹ ਆਪਣੇ ਵੱਲੋਂ ਇਹ ਸੋਚਣਾ ਵੀ ਪਹਿਲਾ ਪਾਣੀ ਕਿਹੜਾ ਹੈ ਤੇ ਜਿਹੜਾ ਹੁਣ ਪਾਇਆ ਇਹਦੇ 'ਚ ਮਿਲਾਇਆ ਉਹ ਕਿਹੜਾ, ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਅਲੱਗ ਨਹੀਂ ਦੇਖਿਆ ਜਾ ਸਕਦਾ। ਇਸ ਤਰ੍ਹਾਂ ਹੀ ਭਗਤ ਤੇ ਪਰਮਾਤਮਾ, ਭਗਤ ਨਾਮ ਜਪ ਕੇ ਪਰਮਾਤਮਾ 'ਚ ਇਸ ਤਰ੍ਹਾਂ ਅਭੇਦ ਹੁੰਦਾ ਹੈ ਜੋ ਇੱਥੇ ਭਗਤ ਕਬੀਰ ਜੀ ਨੇ ਸਮਝਾਉਣਾ ਕੀਤਾ ਵੀ ਉਹਨਾਂ ਦੀ ਪਛਾਣ ਨਹੀਂ ਰਹਿੰਦੀ, ਵੀ ਇੱਕ ਮਿਕ ਪਰਮਾਤਮਾ ਦਾ ਰੂਪ ਭਗਤ ਬਣ ਜਾਂਦਾ ਹੈ। ਸੋ ਇਸ ਪੂਰੇ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ ਵੀ ਥਾਂ ਭਾਵੇਂ ਕੋਈ ਵੀ ਹੋਵੇ, ਪਰਮਾਤਮਾ ਥਾਂ ਵੇਖ ਕੇ ਨਿਬੇੜਾ ਨਹੀਂ ਕਰਦਾ। ਉੱਥੇ ਤਾਂ ਨਿਬੇੜਾ ਅਮਲਾਂ ਦਾ ਹੋਣਾ ਹੈ ਵੀ ਕਰਮ ਕੈਸੇ ਕੀਤੇ ਨੇ। ਜਿਉਂਦੇ ਜੀ ਕਰਮ ਕੈਸੇ ਕਰਕੇ ਆਇਆ, ਥਾਂ ਭਾਵੇਂ ਕੋਈ ਵੀ ਹੋਵੇ। ਭਗਤ ਕਬੀਰ ਜੀ ਨੇ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਹੈ। ਸੋ ਇਸ ਕਰਕੇ ਜੋ ਗੱਲ ਸਾਨੂੰ ਸਮਝਾਉਣੀ ਕੀਤੀ ਹੈ ਵੀ ਪ੍ਰਮਾਤਮਾ ਦਾ ਨਾਮ ਜਪਣਾ, ਨਾਮ ਰੂਪੀ ਧਨ ਸਾਡੇ ਕੋਲ ਹੋਵੇਗਾ, ਫਿਰ ਪ੍ਰਮਾਤਮਾ ਦੇ ਨਾਲ ਅਭੇਦਤਾ ਦੀ ਅਸੀਂ ਉਮੀਦ ਲਾ ਸਕਦੇ ਹਾਂ, ਪ੍ਰਮਾਤਮਾ ਦੇ ਮਿਲਾਪ ਦੀ ਉਮੀਦ ਕਰ ਸਕਦੇ ਹਾਂ। ਸੋ ਅਰਦਾਸ ਕਰੀ ਵਾਹਿਗੁਰੂ ਅੱਗੇ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ। ਅਰਦਾਸ ਕਰੀ ਵਾਹਿਗੁਰੂ ਅੱਗੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ ਭੁਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।